ਐਨੀ ਫਰੈਂਕ ਦੀ ਪੁਸਤਕ ਦ ਡਾਇਰੀ ਆਫ ਅ ਯੰਗ ਗਰਲ। ਜਾਣ ਪਛਾਣ। ਨੀਦਰਲੈਂਡ 'ਚ ਇੱਕ 13 ਵਰ੍ਹਿਆਂ ਦੀ ਲੜਕੀ ਨੂੰ ਉਹਦੇ ਜਨਮ ਦਿਨ ਉੱਤੇ ਇੱਕ ਡਾਇਰੀ ਦਿੱਤੀ ਗਈ। 2 ਦਿਨ ਬਾਅਦ ਉਹਨੇ ਉਸ ਡਾਇਰੀ 'ਚ ਲਿਖਣਾ ਸ਼ੁਰੂ ਕਰ ਦਿੱਤਾ। ਇਹ ਇੱਕ ਕਿਸ਼ੋਰ ਲੜਕੀ ਦੀ ਨਿਰੋਲ ਡਾਇਰੀ ਸੀ। ਇਹ 1942 ਦਾ ਜੂਨ ਦਾ ਮਹੀਨਾ ਸੀ। ਐਡੋਲਫ ਹਿਟਲਰ ਨੇ ਉਸ ਸਮੇਂ ਯੂਰਪ ਮਹਾਂਦੀਪ 'ਚ ਯਹੂਦੀਆਂ ਵਿਰੁੱਧ ਆਪਣਾ ਹਮਲਾਵਰ ਅਭਿਆਨ ਸ਼ੁਰੂ ਕੀਤਾ ਸੀ। ਉਹਦੀਆਂ ਫੌਜਾਂ ਨੇ ਇਸ ਮਹਾਂਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਪਹਿਲਾਂ ਹੀ ਕਬਜ਼ਾ ਕੀਤਾ ਹੋਇਆ ਸੀ। ਆਸਟਰੀਆ, ਚੈਕੋਸਲੋਵਾਕੀਆ ਅਤੇ ਪੋਲੈਂਡ ਤਾਸ਼ ਦੇ ਪੱਤਿਆਂ ਵਾਂਗ ਇੱਕ ਤੋਂ ਬਾਅਦ ਇੱਕ ਟੱਟ ਗਏ ਸਨ। ਅਤੇ ਜਦੋਂ ਜਰਮਨੀ ਨੇ ਨੀਦਰਲੈਂਡ 'ਚ ਪ੍ਰਵੇਸ਼ ਕੀਤਾ, ਇਹ ਛੋਟੀ ਲੜਕੀ ਵੀ ਜੋ ਇੱਕ ਯਹੂਦੀ ਸੀ, ਆਪਣੇ ਪਿਤਾ ਓਟੋ ਫਰੈਂਕ, ਆਪਣੀ ਮਾਂ ਐਡਿਥ, ਭੈਣ ਮਾਰਗਰੇਟ ਅਤੇ 3 ਵਿਅਕਤੀਆਂ ਦੇ ਇੱਕ ਹੋਰ ਪਰਿਵਾਰ ਦੇ ਨਾਲ ਉਸ ਇਮਾਰਤ ਦੀ ਉੱਪਰਲੀ ਮੰਜ਼ਿਲ 'ਚ, ਜਿੱਥੇ ਐਮਸਟਰਡਮ ਵਿੱਚ ਉਹਦੇ ਪਿਤਾ ਕੰਮ ਕਰਦੇ ਸਨ, ਇੱਕ ਲੱਕੜ ਦੀ ਅਲਮਾਰੀ ਪਿੱਛੇ ਛਿਪੇ ਹੋਏ ਇੱਕ ਸੀਲ ਬੰਦ ਕਮਰੇ 'ਚ ਗੁਪਤ ਸਥਾਨ 'ਚ ਚਲੀ ਗਈ ਸੀ। ਉੱਥੇ ਹੋਰ ਲੋਕਾਂ ਸਮੇਤ 2 ਸਾਲ ਤੱਕ ਗੁਪਤ ਰਹੀ, ਜਦੋਂ ਤੱਕ ਉਹਨਾਂ ਸਭ ਨੂੰ ਧੋਖਾ ਨਹੀਂ ਦਿੱਤਾ ਗਿਆ ਅਤੇ ਇਸ ਤੋਂ ਪਿੱਛੋਂ ਕਬਜ਼ਾ ਕਰਨ ਵਾਲੀ ਜਰਮਨ ਸੈਨਾ ਦੇ ਸੈਨਿਕਾਂ ਵੱਲੋਂ ਉਹਨੂੰ ਦੂਰ ਇੱਕ ਤਸੀਹਾ ਕੈਂਪ 'ਚ ਭੇਜ ਦਿੱਤਾ ਗਿਆ, ਜਿੱਥੇ ਉਹ ਅੰਤ 'ਚ ਠੰਡ ਨਾਲ ਜੁੜ ਕੇ ਮਰ ਗਈ। ਜੇਕਰ ਕੇਵਲ 2 ਹਫ਼ਤੇ ਪਹਿਲਾਂ ਬਰਤਾਨਵੀ ਸੈਨਾ ਉਹਨੂੰ ਹੋਰ ਲੋਕਾਂ ਸਮੇਤ ਮੁਕਤ ਕਰਵਾ ਲੈਂਦੀ ਤਾਂ ਉਹ ਆਪਣੇ ਆਪ ਨੂੰ ਟਾਈਫਸ ਦੀ ਬਿਮਾਰੀ ਤੋਂ ਦੂਰ ਖਿੱਚਣ 'ਚ ਕਾਮਯਾਬ ਹੋ ਗਈ ਹੁੰਦੀ। ਐਨੀ ਫਰੈਂਕ 15 ਸਾਲ ਦੀ ਸੀ ਜਦੋਂ ਉਹਦੀ ਬਰਗਨ ਬੇਲਸੇਨ ਤਸੀਹਾ ਕੈਂਪ 'ਚ ਮਾਰਚ 1945 ਦੇ ਸ਼ੁਰੂਆਤੀ ਦਿਨਾਂ 'ਚ ਮੌਤ ਹੋ ਗਈ। ਉਹਦੇ ਛੋਟੇ ਜਵਾਨ ਜੀਵਨ ਦਾ ਇੱਕ ਅਮੋੜ ਵਹਿਸ਼ੀ ਵਿਚਾਰਧਾਰਾ ਵੱਲੋਂ ਚੁਟਕੀਆਂ 'ਚ ਦੁਖਦਾਈ ਅੰਤ ਕਰ ਦਿੱਤਾ ਗਿਆ। ਜੂਨ 1929 'ਚ ਜਨਮੀ ਐਨੀ ਫਰੈਂਕ ਦੀ ਜੀਵਨ ਕਹਾਣੀ ਕਿਸੇ ਹਨੇਰੀ ਗੁਫਾ 'ਚ ਗਰਕ ਹੋ ਜਾਂਦੀ ਜੇ ਉਹਦੀ ਡਾਇਰੀ ਨੂੰ 1947 'ਚ ਉਹਦੇ ਪਿਤਾ ਵੱਲੋਂ ਪ੍ਰਕਾਸ਼ਿਤ ਨਾ ਕੀਤਾ ਜਾਂਦਾ। ਉਹ ਦੂਜੇ ਵਿਸ਼ਵ ਯੁੱਧ ਦੇ ਮਾਨਵੀ ਪੱਖ ਦੇ ਦਸਤਾਵੇਜ਼ੀਕਰਨ ਦੇ ਅਨੁਮਾਨਿਤ ਅੰਕੜਿਆਂ 'ਚੋਂ ਇੱਕ ਅੰਕ ਬਣ ਕੇ ਰਹਿ ਗਈ ਹੁੰਦੀ, ਪਰ ਇੰਜ ਨਹੀਂ ਸੀ ਹੋਣਾ। ਭਾਵੇਂ ਉਹਨੇ 1942 ਦੀਆਂ ਗਰਮੀਆਂ 'ਚ ਆਪਣੀ ਡਾਇਰੀ ਲਿਖਣੀ ਆਰੰਭ ਕੀਤੀ ਸੀ, ਪਰ ਉਹਨੇ ਇਹ ਕਦੇ ਵੀ ਇੱਕ ਯਹੂਦੀ ਦੇ ਰੂਪ 'ਚ ਆਪਣੀ ਰੂਪੋਸ਼ੀ ਦੇ ਅਨੁਭਵਾਂ ਦਾ ਰਿਕਾਰਡ ਰੱਖਣ ਦੇ ਇਰਾਦੇ ਨਾਲ ਨਹੀਂ ਲਿਖਿਆ ਸੀ। ਐਨੀ ਦੀ ਡਾਇਰੀ ਉਹਦੇ ਲਈ ਇੱਕ ਪੂਰੀ ਇਮਾਨਦਾਰੀ ਅਤੇ ਸਪਸ਼ਟਤਾ ਨਾਲ ਖੁਦ ਨੂੰ ਵਰਣਨ ਕਰਨ ਦਾ ਇੱਕ ਸਥਾਨ ਸੀ। ਉਹ ਕੁਝ ਵੀ ਲਿਖਣ ਤੋਂ ਹਿਚਕਚਾਉਂਦੀ ਨਹੀਂ ਸੀ। ਡਾਇਰੀ ਦੇ ਪੰਨਿਆਂ ਉੱਤੇ ਉਹਦੀ ਆਤਮਾ ਸਭ ਕੁਝ ਖੋਲ੍ਹ ਕੇ ਬੇਪਰਦ ਕਰ ਦਿੰਦੀ ਸੀ। ਫਿਰ ਵੀ ਮਾਰਚ 1944 ਵਿੱਚ ਐਨੀ ਨੇ ਲੰਦਨ ਵਿੱਚ ਜਲਾਵਤਨ ਡੱਚ ਸਰਕਾਰ ਦੇ ਇੱਕ ਮੈਂਬਰ ਦਾ ਰੇਡੀਓ ਪ੍ਰਸਾਰਨ ਸੁਣਿਆ ਸੀ, ਜਿਸ ਨੇ ਡੱਚ ਲੋਕਾਂ ਦੇ ਜਰਮਨ ਸ਼ਾਸਨ ਵੱਲੋਂ ਸ਼ੋਸ਼ਣ ਦੇ ਅਨੁਭਵਾਂ ਦੇ ਰਿਕਾਰਡ ਦਾ ਇੱਕ ਸਰਵਜਨਕ ਦਸਤਾਵੇਜ਼ ਤਿਆਰ ਕਰਨ ਦੀ ਇੱਛਾ ਦੀ ਗੱਲ ਆਖੀ ਸੀ। ਉਹਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਸਭ ਪੱਤਰ, ਆਪਣੀਆਂ ਡਾਇਰੀਆਂ, ਰਸਾਲੇ ਅਤੇ ਤਸਵੀਰਾਂ ਨੂੰ ਸੁਰੱਖਿਅਤ ਰੱਖਣ। ਇਹ ਸਭ ਉਹਨਾਂ ਦੇ ਪ੍ਰੋਜੈਕਟ ਲਈ ਬਹੁਮੁੱਲੇ ਸਿੱਧ ਹੋਣਗੇ। ਇਸ ਤੋਂ ਪ੍ਰੇਰਿਤ ਹੋ ਕੇ ਐਨੀ ਨੇ ਜੰਗ ਖਤਮ ਹੋਣ ਪਿੱਛੋਂ ਪ੍ਰਕਾਸ਼ਨ ਲਈ ਪੇਸ਼ ਕਰਨ ਦੇ ਇਰਾਦੇ ਨਾਲ ਆਪਣੇ ਰਸਾਲੇ ਦੀ ਸੰਪਾਦਨਾ ਸ਼ੁਰੂ ਕੀਤੀ। ਉਹਨੇ ਜੋ ਦੇਖਿਆ ਅਤੇ ਹੰਢਾਇਆ ਸੀ, ਉਹਦੇ ਬਾਰੇ 'ਚ ਉਹਨੇ ਜੋ ਲਿਖਿਆ ਸੀ, ਉਹਦੇ ਪ੍ਰਤੀ ਸੱਚ 'ਤੇ ਕਾਇਮ ਰਹਿੰਦੇ ਹੋਏ ਉਹਨੇ ਲਿਖਣ ਦੇ ਆਪਣੇ ਇਸ ਢੰਗ ਨਾਲ 2 ਸਾਲ ਤੱਕ ਕੰਮ ਕੀਤਾ। ਅੱਜ ਐਨੀ ਫਰੈਂਕ ਦੀ ਡਾਇਰੀ ਹਿਟਲਰ ਦੇ ਪਾਗਲਪਨ ਸੰਬੰਧੀ ਬਚੇ ਹੋਏ ਦਸਤਾਵੇਜ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ 'ਚੋਂ ਇੱਕ ਹੈ। ਸਰਕਾਰੀ ਰਿਕਾਰਡ ਅਤੇ ਰਾਜਨੀਤਿਕ ਪ੍ਰਵਚਨਾਂ ਨੂੰ ਲਾਂਭੇ ਰੱਖ ਕੇ ਇਕੱਲੇ ਸ਼ਿਕਾਰ ਅਤੇ ਭੁਗਤ ਭੋਗੀ ਦੀ ਆਵਾਜ਼ ਤੋਂ ਇਤਿਹਾਸਕ ਤਰਾਸਦੀਆਂ ਦੀ ਇੱਕ ਮਾਨਵੀ ਕਹਾਣੀ ਬੁਣੀ ਜਾ ਸਕਦੀ ਹੈ। ਐਨੀ ਦੀ ਡਾਇਰੀ ਇੰਨ ਬਿੰਨ ਇਹੋ ਕਰਦੀ ਹੈ। ਜਦੋਂ ਉਹਨੇ ਲਿਖਣਾ ਸ਼ੁਰੂ ਕੀਤਾ, ਉਹ 13 ਵਰ੍ਹਿਆਂ ਦੀ ਸੀ। ਉਹਦੇ ਕੋਲ ਸਾਬਤ ਕਰਨ ਲਈ ਕੁਝ ਵੀ ਨਹੀਂ ਸੀ, ਨਾ ਪ੍ਰਾਪਤ ਕਰਨ ਲਈ ਕੋਈ ਗੁੱਝਾ ਏਜੰਡਾ ਸੀ, ਨਾ ਹੀ ਕੁਝ ਪ੍ਰਚਾਰਨ ਲਈ ਸੀ। ਉਹਨੇ ਕੇਵਲ ਇਸ ਲਈ ਲਿਖਿਆ ਸੀ ਕਿਉਂਕਿ ਉਹ ਲਿਖਣਾ ਚਾਹੁੰਦੀ ਸੀ। ਉਹਨੇ ਜਿਸ ਅਣਭੋਲ ਅਤੇ ਮਾਸੂਮ ਅੰਦਾਜ਼ 'ਚ ਇਮਾਨਦਾਰੀ ਨਾਲ ਲਿਖਿਆ, ਉਹ ਕੇਵਲ ਇੱਕ ਬੱਚਾ ਹੀ ਕਰ ਸਕਦਾ ਹੈ। ਪਰ ਉਹਨੇ ਜੋ ਲਿਖਿਆ ਉਹਦੇ ਆਪਣੇ ਵਾਂਗ ਮਾਸੂਮ ਨਹੀਂ ਸੀ। ਉਸ ਮਹਾਂ ਬਿਪਤਾ ਦੇ ਚਾਰੇ ਪਾਸੇ, ਸਾਰੇ ਵਿਵਾਦਾਂ ਅਤੇ ਬਹਿਸਾਂ ਦੇ ਵਿਚਕਾਰ, ਐਨੀ ਦੀ ਡਾਇਰੀ ਪੀੜਤਾਂ ਵੱਲੋਂ ਆਉਣ ਵਾਲੇ ਦਸਤਾਵੇਜ਼ਾਂ ਨੂੰ ਸਭ ਤੋਂ ਵੱਧ ਕੁਸ਼ਲਤਾ ਨਾਲ ਸੰਭਾਲਦੀ ਅਤੇ ਕਰਦੀ ਹੋਈ ਉਸ ਮਹਾਂ ਬਿਪਤਾ ਦਾ ਇੱਕ ਪ੍ਰਤੀਕਾਤਮਕ ਅਧਿਆਇ ਬਣ ਗਈ ਹੈ। ਬੱਚੇ ਆਪਣੀ ਪਛਾਣ ਦੱਸਣ ਲਈ 1940 ਦੇ ਦਹਾਕੇ 'ਚ ਇੱਕ ਵਿਸ਼ੇਸ਼ ਤੌਰ 'ਤੇ ਭਿਆਨਕ ਸਮੇਂ ਦੇ ਦੌਰਾਨ ਉਹਨਾਂ ਦੀ ਉਮਰ ਦੀ ਇੱਕ ਲੜਕੀ ਨੂੰ ਕਿਸ ਚੀਜ਼ ਦਾ ਸਾਹਮਣਾ ਕਰਨਾ ਪਿਆ, ਉਹਦੀ ਡਾਇਰੀ ਦੇ ਸੰਖੇਪ ਐਡੀਸ਼ਨ ਨੂੰ
ਆਪਣੇ ਵਿਦਿਅਕ ਪਾਠਕ੍ਰਮ ਦੇ ਰੂਪ 'ਚ ਪੜ੍ਹਦੇ ਹਨ। ਸਿੱਖਿਆ ਸ਼ਾਸਤਰੀਆਂ ਅਤੇ ਇਤਿਹਾਸਕਾਰਾਂ ਨੇ ਇਹਨੂੰ ਇਤਿਹਾਸਕ ਸੱਚਾਈ ਦੇ ਇੱਕ ਪ੍ਰਮਾਣਿਕ ਸੋਮੇ ਦੇ ਰੂਪ 'ਚ ਇਸਤੇਮਾਲ ਕਰਦੇ ਹੋਏ ਇਹਦੇ ਉੱਤੇ ਕੇਂਦਰਿਤ ਬੜੇ ਮਹੱਤਵਪੂਰਨ ਕੰਮ ਕੀਤੇ ਹਨ। ਖੁਦ ਡਾਇਰੀ ਦੇ ਬਾਰੇ 'ਚ ਡੱਚ ਪੱਤਰਕਾਰ ਅਤੇ ਇਤਿਹਾਸਕਾਰ ਜਾਨ ਰੋਮੇਨ ਨੇ 1946 'ਚ ਕਿਹਾ ਸੀ ਕਿ ਇੱਕ ਬੱਚੇ ਦੀ ਤੋਤਲੀ ਆਵਾਜ਼ 'ਚ ਹੀ ਸਹੀ ਨੂਰਨਬਰਗ ਦੇ ਮੁਕੱਦਮੇ 'ਚ ਪੇਸ਼ ਕੀਤੇ ਗਏ ਫਾਸੀਵਾਦ ਦੀ ਪ੍ਰਚੰਡਤਾ ਦੇ ਪ੍ਰਤੀਕ ਸਾਰੇ ਸਬੂਤਾਂ ਨੂੰ ਮਿਲਾ ਕੇ ਵੀ ਇਹ ਉਹਨਾਂ ਸਾਰਿਆਂ ਨਾਲੋਂ ਵੱਧ ਹੈ। ਐਨੀ ਦੀ ਆਵਾਜ਼ ਮਹਾਂਦੀਪਾਂ ਤੇ ਪੀੜ੍ਹੀਆਂ ਦੇ ਪਾਰ ਪਹੁੰਚ ਰਹੀ ਹੈ। ਉਹਦੀ ਡਾਇਰੀ ਨੇ ਪਰਲੋ ਦੇ ਸ਼ਿਕਾਰ ਲੋਕਾਂ ਨੂੰ ਇੱਕ ਅਟੱਲ ਗੁੰਮਨਾਮੀ ਤੋਂ ਬਚਾ ਕੇ ਰੱਖਿਆ ਜੋ ਉਂਝ ਸੁਭਾਵਕ ਸੀ। ਉਹਨੇ ਆਪਣੇ ਵਰਗੇ ਹੋਰਾਂ ਨੂੰ ਵੀ ਇੱਕ ਪਛਾਣ ਤੇ ਜੀਵਨ ਦਿੱਤਾ ਹੈ। ਉਹਨੇ ਸਾਰੇ ਲੋਕਾਂ ਲਈ ਇਹਨੂੰ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਬਣਾ ਦਿੱਤਾ ਹੈ। ਜਿਨ੍ਹਾਂ ਨੇ ਇਹ ਸੰਤਾਪ ਹੰਢਾਇਆ ਜਾਂ ਜਿਹੜੇ ਸਾਡੇ ਵਾਂਗੂ ਬਾਅਦ 'ਚ ਆਏ ਹਨ। ਇਹ ਕਿਹਾ ਜਾਂਦਾ ਹੈ ਕਿ ਆਤਮਾ 'ਤੇ ਲੱਗਿਆ ਘਾਹ ਕਦੇ ਭਰਿਆ ਨਹੀਂ ਜਾ ਸਕਦਾ। ਉਸ ਘਾਹ ਨੂੰ ਕੇਵਲ ਯਾਦ ਰੱਖਿਆ ਅਤੇ ਜੀਵਤ ਰੱਖਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਆਪਣੀ ਸੱਚੀ ਸਫਾਈ ਮਿਲ ਸਕੇ। ਇੱਕ ਜਵਾਨ ਲੜਕੀ ਦੀ ਡਾਇਰੀ, ਜਿਵੇਂ ਕਈ ਵਾਰ ਇਹਨੂੰ ਪੜ੍ਹਿਆ, ਇਸ ਉੱਤੇ ਚਰਚਾ ਕੀਤੀ ਗਈ ਹੈ, ਜਿਵੇਂ ਕਈ ਵਾਰ ਇਹਨੇ ਸੰਵਾਦ ਅਤੇ ਇਤਿਹਾਸਿਕ ਬਹਿਸ ਨੂੰ ਪ੍ਰੇਰਿਤ ਕੀਤਾ ਹੈ, ਇਸ ਸਫਾਈ ਨੂੰ ਨੇੜੇ ਲਿਆਏਗੀ। 12 ਜੂਨ 1942। ਮੈਂ ਉਮੀਦ ਕਰਦੀ ਹਾਂ ਕਿ ਮੈਂ ਤੁਹਾਨੂੰ ਸਾਰੀਆਂ ਗੁਪਤ ਗੱਲਾਂ ਦੱਸਣ ਦੇ ਯੋਗ ਹੋ ਜਾਵਾਂਗੀ, ਜਿਵੇਂ ਕਿ ਮੈਂ ਕਿਸੇ ਹੋਰ ਉੱਤੇ ਵਿਸ਼ਵਾਸ ਕਰਨ 'ਚ ਸਮਰੱਥ ਨਹੀਂ ਹਾਂ, ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਆਸਾਨੀ ਅਤੇ ਸਹਾਇਤਾ ਦੇ ਇੱਕ ਵੱਡੇ ਸੋਮੇ ਬਣ ਜਾਓਗੇ। ਐਤਵਾਰ 14 ਜੂਨ 1942। ਮੈਂ ਤੈਨੂੰ ਪ੍ਰਾਪਤ ਕਰਨ ਦੇ ਪਲ ਤੋਂ ਸ਼ੁਰੂ ਕਰਾਂਗੀ, ਜਿਸ ਪਲ ਮੈਂ ਤੈਨੂੰ ਆਪਣੇ ਜਨਮ ਦਿਨ ਦੀਆਂ ਹੋਰ ਸੌਗਾਤਾਂ ਦੇ ਵਿਚਕਾਰ ਮੇਜ਼ ਉੱਤੇ ਪਈ ਦੇਖਿਆ। ਮੈਂ ਉਸ ਜਗ੍ਹਾ ਪਹੁੰਚ ਗਈ ਜਦੋਂ ਤੈਨੂੰ ਖਰੀਦਿਆ ਗਿਆ ਸੀ, ਪਰ ਉਹਦੀ ਗਿਣਤੀ ਨਹੀਂ ਹੈ। ਸ਼ੁੱਕਰਵਾਰ 12 ਜੂਨ ਨੂੰ ਮੈਂ 6 ਵਜੇ ਜਾ ਗਈ ਸੀ। ਇਹ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਇਹ ਮੇਰਾ ਜਨਮ ਦਿਨ ਸੀ, ਲੇਕਿਨ ਮੈਨੂੰ ਉਸ ਸਮੇਂ ਉੱਠਣ ਦੀ ਆਗਿਆ ਨਹੀਂ ਸੀ। ਇਸ ਲਈ ਮੈਨੂੰ ਆਪਣੀ ਜਗਿਆਸਾ ਨੂੰ 6:45 ਵਜੇ ਤੱਕ ਕਾਬੂ 'ਚ ਰੱਖਣਾ ਪੈਣਾ ਸੀ। ਜਦੋਂ ਮੈਂ ਜ਼ਿਆਦਾ ਦੇਰ ਉਡੀਕ ਨਾ ਸਕੀ ਤਾਂ ਮੈਂ ਖਾਣ ਦੇ ਕਮਰੇ 'ਚ ਚਲੀ ਗਈ, ਜਿੱਥੇ ਮੁਰਤਜ਼ੇ ਬਿੱਲੀ ਨੇ ਮੇਰੇ ਪੈਰਾਂ ਨੂੰ ਚੱਟ ਕੇ ਮੇਰਾ ਸਵਾਗਤ ਕੀਤਾ। 7 ਵਜਣ ਤੋਂ ਥੋੜ੍ਹਾ ਪਿੱਛੋਂ ਮੈਂ ਪਾਪਾ ਮੰਮੀ ਕੋਲ ਅਤੇ ਫਿਰ ਆਪਣੇ ਤੋਹਫਿਆਂ ਨੂੰ ਖੋਲ੍ਹਣ ਲਈ ਡਰਾਇੰਗ ਰੂਮ 'ਚ ਗਈ। ਸਭ ਤੋਂ ਪਹਿਲੀ ਚੀਜ਼ ਮੈਂ ਤੈਨੂੰ ਦੇਖਿਆ, ਸ਼ਾਇਦ ਮੇਰਾ ਇੱਕ ਸਭ ਤੋਂ ਚੰਗਾ ਤੋਹਫਾ। ਫਿਰ ਗੁਲਾਬਾਂ ਦਾ ਇੱਕ ਗੁਲਦਸਤਾ, ਕੁਝ ਪਿਓਨੀ ਅਤੇ ਗਮਲੇ 'ਚ ਲੱਗਾ ਇੱਕ ਪੌਦਾ। ਪਾਪਾ ਮੰਮੀ ਕੋਲੋਂ ਮੈਨੂੰ ਇੱਕ ਨੀਲੇ ਰੰਗ ਦੀ ਬਲਾਊਜ਼, ਇੱਕ ਗੇਮ, ਅੰਗੂਰ ਦੇ ਰਸ ਦੀ ਇੱਕ ਬੋਤਲ, ਜਿਹਦਾ ਸਵਾਦ ਮੇਰੇ ਮਨ ਭਾਉਂਦਾ ਹੈ, ਕੁਝ ਸ਼ਰਾਬ ਦੀ ਤਰ੍ਹਾਂ। ਆਖਰਕਾਰ ਸ਼ਰਾਬ ਅੰਗੂਰਾਂ ਤੋਂ ਹੀ ਬਣਾਈ ਜਾਂਦੀ ਹੈ। ਇੱਕ ਬੁਝਾਰਤ ਗੇਮ, ਕੋਲਡ ਕਰੀਮ ਦਾ ਇੱਕ ਜਾਰ, 2 50 ਗਿਲਡਰ ਅਤੇ 2 ਪੁਸਤਕਾਂ ਲਈ ਇੱਕ ਤੋਹਫਾ ਟੋਕਨ ਮਿਲਿਆ ਸੀ। ਨਾਲ ਹੀ ਮੈਨੂੰ ਇੱਕ ਹੋਰ ਕਿਤਾਬ, ਕੈਮਰਾ ਆਬਸਕਿਊਰਾ, ਲੇਕਿਨ ਮਾਰਗਰੇਟ ਕੋਲ ਪਹਿਲਾਂ ਹੀ ਇਹ ਹੈ ਸੀ, ਇਸ ਲਈ ਮੈਂ ਆਪਣੇ ਵਾਲਾ ਕਿਸੇ ਹੋਰ ਚੀਜ਼ ਨਾਲ ਬਦਲ ਲਿਆ। ਘਰ ਦੇ ਬਣੇ ਬਿਸਕਿਟਾਂ ਦੀ ਇੱਕ ਥਾਲੀ, ਜਿਹਨੂੰ ਮੈਂ ਖੁਦ ਹੀ ਬਣਾਇਆ ਸੀ, ਜ਼ਾਹਰ ਹੈ ਕਿਉਂਕਿ ਮੈਂ ਬਿਸਕਿਟ ਬਣਾਉਣ 'ਚ ਕਾਫੀ ਮਾਹਰ ਹੋ ਗਈ ਹਾਂ। ਬਹੁਤ ਸਾਰੀ ਮਠਿਆਈ ਅਤੇ ਮੰਮੀ ਦੀ ਬਣਾਈ ਹਿੱਕ ਤਿੱਖੀ ਸਟ੍ਰਾਬੇਰੀ ਅਤੇ ਬਿਲਕੁਲ ਠੀਕ ਸਮੇਂ 'ਤੇ ਗ੍ਰੈਮੀ ਦਾ ਇੱਕ ਪੱਤਰ, ਲੇਕਿਨ ਯਕੀਨੀ ਤੌਰ 'ਤੇ ਸਿਰਫ ਇੱਕ ਇਤਫਾਕ ਸੀ। ਉਸੇ ਸਮੇਂ ਹਨੇਲੀ ਮੈਨੂੰ ਲੈਣ ਆਈ। ਅਸੀਂ ਸਕੂਲ ਚਲੇ ਗਏ। ਛੁੱਟੀ ਦੇ ਸਮੇਂ ਮੈਂ ਆਪਣੇ ਅਧਿਆਪਕਾਂ ਅਤੇ ਆਪਣੀ ਕਲਾਸ ਵਿੱਚ ਬਿਸਕਿਟ ਵੰਡ ਦਿੱਤੇ ਅਤੇ ਫਿਰ ਕੰਮ 'ਤੇ ਵਾਪਸ ਆਉਣ ਦਾ ਸਮਾਂ ਹੋ ਗਿਆ। 5 ਵਜੇ ਤੱਕ ਮੈਂ ਘਰ ਵਾਪਸ ਨਹੀਂ ਸੀ ਆਉਂਦੀ, ਕਿਉਂਕਿ ਮੈਂ ਬਾਕੀ ਜਮਾਤੀਆਂ ਨਾਲ ਜਿਮ ਜਾਂਦੀ ਸੀ। ਮੈਨੂੰ ਹਿੱਸਾ ਲੈਣ ਦੀ ਆਗਿਆ ਨਹੀਂ ਸੀ। ਮੇਰੇ ਮੋਢੇ ਅਤੇ ਚੂਲੇ ਉਖੜ ਜਾਂਦੇ ਨੇ ਕਿਉਂਕਿ ਮੇਰਾ ਜਨਮ ਦਿਨ ਸੀ। ਇਸ ਲਈ ਮੈਨੂੰ ਆਪਣੇ ਸਹਿਪਾਠੀਆਂ ਨਾਲ ਖੇਡਣ ਲਈ ਇੱਕ ਖੇਡ ਚੁਣਨ ਦਾ ਮੌਕਾ ਮਿਲਿਆ। ਮੈਂ ਵਾਲੀਬਾਲ ਨੂੰ ਚੁਣਿਆ। ਬਾਅਦ ਵਿੱਚ ਉਹਨਾਂ ਸਭ ਨੇ ਮੇਰੇ ਦੁਆਲੇ ਇੱਕ ਗੋਲ ਦਾਇਰਾ ਬਣਾ ਕੇ ਨਾਚ ਕੀਤਾ, ਹੈਪੀ ਬਰਥਡੇ ਗਾਇਆ। ਜਦੋਂ ਮੈਂ ਘਰ ਪੁੱਜੀ ਤਾਂ ਸ਼ੈਨੀ ਲੈਂਡਰਮੈਨ ਉੱਥੇ ਪਹਿਲਾਂ ਹੀ ਮੌਜੂਦ ਸੀ। ਇਲਸੀ ਵੈਗਨਰ, ਹਨੇਲੀ ਗੋਸਲਰ ਅਤੇ ਜੈਕਲਿਨ ਵੈਨ ਮਰਸੇਨ ਜਿਮ ਪਿੱਛੋਂ ਮੇਰੇ ਨਾਲ ਘਰ ਆਏ ਸਨ, ਕਿਉਂਕਿ ਅਸੀਂ ਇੱਕ ਹੀ ਕਲਾਸ 'ਚ ਸੀ। ਹਨੇਲੀ ਅਤੇ ਸ਼ੈਨੀ ਮੇਰੀਆਂ 2 ਸਭ ਤੋਂ ਚੰਗੀਆਂ ਸਹੇਲੀਆਂ ਹੋਇਆ ਕਰਦੀਆਂ ਸਨ। ਜੋ ਲੋਕੀ ਸਾਨੂੰ ਇਕੱਠੀਆਂ ਦੇਖਦੇ ਉਹ ਕਹਿੰਦੇ ਐਨੀ, ਹਨੀ ਅਤੇ ਸ਼ੈਨੀ ਜਾ ਰਹੀਆਂ ਨੇ। ਅਤੇ ਜਦੋਂ ਮੈਂ ਯਹੂਦੀ ਲਿਸੇਅਮ ਕਾਨਫਰੰਸ ਹਾਲ ਜਾਣਾ ਸ਼ੁਰੂ ਕੀਤਾ, ਉਸ ਸਮੇਂ ਮੇਰੀ ਮੁਲਾਕਾਤ ਜੈਕਲਿਨ ਵੈਨ ਮਰਸੇਨ ਨਾਲ ਹੋਈ ਸੀ ਅਤੇ ਹੁਣ ਉਹ ਮੇਰੀ ਸਭ ਤੋਂ ਅੱਛੀ ਦੋਸਤ ਹੈ। ਇਲਸੀ ਹਨੇਲੀ ਦੀ ਸਭ ਤੋਂ ਅੱਛੀ ਦੋਸਤ ਹੈ ਅਤੇ ਸ਼ੈਨੀ ਇੱਕ ਹੋਰ ਸਕੂਲ ਜਾਂਦੀ ਹੈ, ਉੱਥੇ ਉਹਦੇ
ਕਈ ਦੂਜੇ ਦੋਸਤ ਹਨ। ਉਹਨਾਂ ਨੇ ਮੈਨੂੰ ਇੱਕ ਖੂਬਸੂਰਤ ਕਿਤਾਬ ਦਿੱਤੀ, ਡੱਚ ਧਾਰਾਵਾਹਿਕ ਤੇ ਦੰਦ ਕਥਾਵਾਂ, ਪਰ ਗਲਤੀ ਨਾਲ ਉਹਨਾਂ ਨੇ ਮੈਨੂੰ ਦੂਜਾ ਭਾਗ ਦੇ ਦਿੱਤਾ। ਇਸ ਲਈ ਮੈਂ 2 ਹੋਰ ਪੁਸਤਕਾਂ ਦਾ ਭਾਗ 1 ਨਾਲ ਤਬਦੀਲ ਕਰ ਲਿਆ। ਆਂਟੋ ਹੈਲਨ ਇੱਕ ਅੜਾਉਣੀ, ਆਂਟੋ ਸਟੈਫਨੀ ਇੱਕ ਪਿਆਰੀ ਜੀ ਬਰੋਚ, ਆਂਟੋ ਲੇਨੀ ਇੱਕ ਅੱਛੀ ਕਿਤਾਬ ਲੈ ਕੇ ਆਈ ਸੀ, ਡੇਜ਼ੀ ਤੁਰਿਆ ਪਹਾੜਾਂ ਵੱਲ। ਅੱਜ ਸਵੇਰੇ ਮੈਂ ਨਹਾ ਰਹੀ ਸੀ ਤਾਂ ਮੈਂ ਸੋਚ ਰਹੀ ਸੀ ਕਿ ਇੱਕ ਅਦਭੁਤ ਹੁੰਦਾ ਜੇ ਮੇਰੇ ਕੋਲ ਰਿਨ ਟਿਨ ਟਿਨ ਵਰਗਾ ਇੱਕ ਕੁੱਤਾ ਹੁੰਦਾ। ਮੈਂ ਉਹਨੂੰ ਰਿਨ ਟਿਨ ਟਿਨ ਬੁਲਾਉਂਦੀ ਅਤੇ ਉਹਨੂੰ ਆਪਣੇ ਨਾਲ ਸਕੂਲ ਲੈ ਜਾਂਦੀ, ਜਿੱਥੇ ਉਹ ਚੌਕੀਦਾਰ ਦੇ ਕਮਰੇ 'ਚ ਜਾਂ ਜੇਕਰ ਮੌਸਮ ਠੀਕ ਹੁੰਦਾ ਤਾਂ ਸਾਈਕਲ ਰੈਕ ਨਾਲ ਬੱਝਿਆ ਰਹਿ ਸਕਦਾ ਹੈ। ਸੋਮਵਾਰ 15 ਜੂਨ 1942 ਐਤਵਾਰ ਦੁਪਹਿਰ ਨੂੰ ਮੇਰੀ ਜਨਮਦਿਨ ਪਾਰਟੀ ਸੀ। ਰਿਨ ਟਿਨ ਟਿਨ ਮੇਰੇ ਹਮਜਮਾਤੀਆਂ ਦੇ ਵਿਚਕਾਰ ਇੱਕ ਬੜੀ ਹਿੱਟ ਫਿਲਮ ਸੀ। ਮੈਨੂੰ 2 ਬਰੋਚੇਜ਼, 1 ਬੁੱਕਮਾਰਕ ਅਤੇ 2 ਪੁਸਤਕਾਂ ਮਿਲੀਆਂ। ਮੈਂ ਹੋਰ ਬੱਚਿਆਂ ਤੋਂ ਸ਼ੁਰੂ ਕਰਕੇ ਆਪਣੀ ਸਕੂਲ ਅਤੇ ਆਪਣੀ ਕਲਾਸ ਬਾਰੇ ਕੁਝ ਗੱਲਾਂ ਕਰਨੀਆਂ ਆਰੰਭ ਕੀਤੀਆਂ। ਬਲੈਟੀ ਬੁਲੇਮਦਾਲ ਬਲਕਿ ਬਹੁਤ ਬੇਕਾਰ ਜਿਹੀ ਲੱਗ ਰਹੀ ਸੀ ਅਤੇ ਮੈਨੂੰ ਲੱਗਦਾ ਸੀ ਸ਼ਾਇਦ ਉਹ ਅਜਿਹੀ ਹੈ। ਉਹ ਪੱਛਮੀ ਐਮਸਟਰਡਮ 'ਚ ਇੱਕ ਗੁੰਮਨਾਮ ਸੜਕ 'ਤੇ ਰਹਿੰਦੀ ਹੈ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਉਹ ਜਗ੍ਹਾ ਕਿੱਥੇ ਹੈ। ਉਹ ਸਕੂਲ 'ਚ ਬਹੁਤ ਚੰਗਾ ਕੰਮ ਕਰਦੀ ਹੈ, ਪਰ ਇਸ ਕਰਕੇ ਕਿਉਂਕਿ ਉਹ ਬਹੁਤ ਮਿਹਨਤ ਨਾਲ ਕੰਮ ਕਰਦੀ ਹੈ, ਇਸ ਲਈ ਨਹੀਂ ਕਿ ਉਹ ਬਹੁਤ ਚਲਾਕ ਚੁਸਤ ਹੈ, ਉਹ ਬਹੁਤ ਸ਼ਾਂਤ ਹੈ। ਜੈਕਲਿਨ ਵੈਨ ਮਰਸੇਨ ਮੇਰੀ ਸਭ ਤੋਂ ਚੰਗੀ ਦੋਸਤ ਮੰਨੀ ਜਾਂਦੀ ਹੈ, ਪਰੰਤੂ ਇੱਕ ਅਸਲੀ ਦੋਸਤ ਮੈਂ ਕਦੇ ਨਹੀਂ ਬਣਾਇਆ। ਪਹਿਲਾਂ ਮੈਂ ਸੋਚਦੀ ਸੀ ਕਿ ਜੈਕਸ ਹੋਏਗਾ, ਪਰ ਮੈਂ ਬਿਲਕੁਲ ਗਲਤ ਸੀ। DQ ਅੱਧੇ ਅੱਖਰਾਂ ਦਾ ਸੰਖੇਪ ਰੂਪ 'ਚ ਉਹਨਾਂ ਵਿਅਕਤੀਆਂ ਲਈ ਇਸਤੇਮਾਲ ਕੀਤਾ ਗਿਆ ਜੋ ਗੁੰਮਨਾਮ ਰਹਿਣਾ ਪਸੰਦ ਕਰਦੇ ਹੈ। ਇੱਕ ਬਹੁਤ ਘਬਰਾਉਣ ਵਾਲੀ ਲੜਕੀ ਹੈ ਜੋ ਹਮੇਸ਼ਾ ਚੀਜ਼ਾਂ ਨੂੰ ਭੁੱਲ ਜਾਂਦੀ ਹੈ, ਇਸ ਲਈ ਅਧਿਆਪਕ ਉਹਨੂੰ ਸਜ਼ਾ ਦੇ ਰੂਪ 'ਚ ਵਾਧੂ ਹੋਮਵਰਕ ਦਿੰਦੇ ਰਹਿੰਦੇ ਹੈ। ਉਹ ਬਹੁਤ ਦਿਆਲੂ ਹੈ, ਵਿਸ਼ੇਸ਼ ਰੂਪ 'ਚ ZZ ਪ੍ਰਤੀ। ES ਬਹੁਤ ਗੱਲਾਂ ਮਾਰਦੀ ਹੈ ਜੋ ਸੁਆਦਲੀਆਂ ਨਹੀਂ ਹੁੰਦੀਆਂ। ਜਦੋਂ ਉਹ ਤੁਹਾਡੇ ਕੋਲੋਂ ਕੁਝ ਪੁੱਛਦੀ ਹੈ ਤਾਂ ਹਮੇਸ਼ਾ ਆਪਣੇ ਵਾਲਾਂ ਨੂੰ ਛੂੰਹਦੀ ਹੈ ਜਾਂ ਆਪਣੇ ਬਟਨਾਂ ਨਾਲ ਛੇੜਛਾੜ ਕਰਦੀ ਰਹਿੰਦੀ ਹੈ। ਉਹ ਕਹਿੰਦੀ ਹੈ ਕਿ ਉਹ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੀ, ਪਰ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ। ਹੇਨੀ ਮੇਟਸ ਇੱਕ ਹਸਮੁਖ ਸੁਭਾਅ ਦੀ ਚੰਗੀ ਲੜਕੀ ਹੈ, ਸਿਵਾਏ ਇਸ ਦੇ ਕਿ ਬਹੁਤ ਉੱਚੀ ਆਵਾਜ਼ 'ਚ ਗੱਲਾਂ ਕਰਦੀ ਹੈ। ਜਦੋਂ ਅਸੀਂ ਘਰੋਂ ਬਾਹਰ ਖੇਡ ਰਹੇ ਹੁੰਦੇ ਹਾਂ ਤਾਂ ਉਹ ਅਸਲ ਵਿੱਚ ਬਹੁਤ ਬਚਕਾਨੀ ਬਣ ਜਾਂਦੀ ਹੈ। ਬਦਕਿਸਮਤੀ ਨਾਲ ਹੇਨੀ ਦੀ ਬੱਪੀ ਨਾਂ ਦੀ ਇੱਕ ਲੜਕੀ ਨਾਲ ਦੋਸਤੀ ਹੈ, ਜਿਹਦਾ ਉੱਤੇ ਬੁਰਾ ਪ੍ਰਭਾਵ ਪਿਆ ਕਿਉਂਕਿ ਉਹ ਗੰਦੀ ਅਤੇ ਅਸੱਭਿਆ ਹੈ। JR ਮੈਂ ਉਹਦੇ ਬਾਰੇ 'ਚ ਇੱਕ ਪੂਰੀ ਕਿਤਾਬ ਲਿਖ ਸਕਦੀ ਹਾਂ, ਜੇ ਬਹੁਤ ਘਿਰਣਤ, ਡਰਪੋਕ, ਚਿਪਕੂ, ਦੁਅਰਥੀ ਗੱਪਬਾਜ਼ ਹੈ ਜੋ ਸੋਚਦੀ ਹੈ ਕਿ ਉਹ ਕਾਫੀ ਸਿਆਣੀ ਹੋ ਗਈ ਹੈ। ਅਸਲ 'ਚ ਉਹਨੂੰ ਜੈਕਸ ਨੂੰ ਆਪਣੇ ਜਾਦੂ ਅਧੀਨ ਕਰ ਲਿਆ ਅਤੇ ਇਹ ਬਹੁਤ ਸ਼ਰਮ ਦੀ ਗੱਲ ਹੈ। ਜੇ ਗੱਲ 'ਤੇ ਨਾਰਾਜ਼ ਹੋ ਜਾਂਦੀ ਹੈ, ਮਾੜੀ ਮਾੜੀ ਗੱਲ 'ਤੇ ਹੰਝੂ ਵਹਾਉਣ ਲੱਗਦੀ ਹੈ। ਸਭ ਤੋਂ ਵੱਡੀ ਗੱਲ ਇਹ ਬਹੁਤ ਭਿਆਨਕ ਦਿਖਾਵਾ ਕਰਦੀ ਹੈ। ਮਿਸ ਜੇ ਹਮੇਸ਼ਾ ਸਹੀ ਹੋਣਾ ਚਾਹੁੰਦੀ ਹੈ। ਉਹ ਬਹੁਤ ਅਮੀਰ ਹੈ ਅਤੇ ਉਹਦੇ ਕੋਲ ਬੜੇ ਪਿਆਰੇ ਕੱਪੜਿਆਂ ਨਾਲ ਭਰੀ ਇੱਕ ਅਲਮਾਰੀ ਹੈ ਜੋ ਕਿ ਉਹਦੇ ਲਈ ਬਹੁਤ ਪੁਰਾਣੇ ਹੋ ਗਏ ਹੈ। ਉਹਨੂੰ ਲੱਗਦਾ ਹੈ ਕਿ ਉਹ ਬਹੁਤ ਸੋਹਣੀ ਹੈ, ਪਰ ਅਜਿਹਾ ਨਹੀਂ ਹੈ। ਜੇ ਅਤੇ ਮੈਂ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਲਸੀ ਵੈਗਨਰ ਇੱਕ ਹਸਮੁਖ ਸੁਭਾਅ ਵਾਲੀ ਅੱਛੀ ਲੜਕੀ ਹੈ, ਪਰ ਉਹਦੇ ਨਖਰੇ ਬਹੁਤ ਨੇ। ਕਿਸੇ ਚੀਜ਼ ਲਈ ਰੋਣ ਚਿল্ਲਾਉਣ 'ਚ ਘੰਟੇ ਖਰਚ ਕਰ ਸਕਦੀ ਹੈ। ਇਲਸੀ ਮੈਨੂੰ ਬਹੁਤ ਪਸੰਦ ਕਰਦੀ ਹੈ, ਬਹੁਤ ਚਲਾਕ ਹੈ, ਪਰ ਆਲਸੀ ਹੈ। ਹਨੇਰੀ ਗੋਸਲਰ ਜਾਂ ਲੀਸ, ਜਿਵੇਂ ਕਿ ਉਹਨੂੰ ਸਕੂਲ 'ਚ ਆਖਿਆ ਜਾਂਦਾ ਹੈ, ਕੁਛ ਅਜੀਬ ਜਿਹੀ ਹੈ। ਉਹ ਆਮ ਤੌਰ 'ਤੇ ਸ਼ਰਮਾਕਲ ਬਣੀ ਰਹਿੰਦੀ ਹੈ, ਘਰ 'ਚ ਮੂੰਹ ਫੱਟ, ਪਰ ਹੋਰ ਲੋਕਾਂ ਨਾਲ ਸੰਕੋਚੀ। ਤੁਸੀਂ ਜੋ ਕੁਝ ਵੀ ਉਹਨੂੰ ਕਹਿੰਦੇ ਹੋ ਆਪਣੀ ਮਾਂ ਨੂੰ ਦੱਸ ਦਿੰਦੀ ਹੈ, ਪਰ ਉਹ ਉਹੀਓ ਦੱਸਦੀ ਹੈ ਜੋ ਉਹ ਸੋਚਦੀ ਹੈ ਅਤੇ ਹੁਣੇ ਜੇ ਮੈਨੂੰ ਉਹਦੀ ਬਹੁਤ ਸ਼ਲਾਘਾ ਕਰਨੀ ਪਈ। ਨੈਨੀ ਵੈਲ ਪ੍ਰਾਗ ਸਿਗਾਰ ਛੋਟੀ, ਅਜੀਤ ਅਤੇ ਸਮਝਦਾਰ ਹੈ। ਮੈਨੂੰ ਲੱਗਦਾ ਹੈ ਕਿ ਉਹ ਅੱਛੀ ਹੈ, ਬਹੁਤ ਚਲਾਕ ਹੈ। ਨੈਨੀ ਦੇ ਬਾਰੇ 'ਚ ਦੱਸਣ ਲਈ ਤੁਹਾਡੇ ਕੋਲ ਜ਼ਿਆਦਾ ਨਹੀਂ ਹੁੰਦਾ। FGD ਜੌਂਗ ਮੇਰੀ ਰਾਏ 'ਚ ਬਹੁਤ ਵਧੀਆ ਹੈ, ਹਾਲਾਂਕਿ ਉਹ ਕੇਵਲ 12 ਸਾਲ ਦੀ ਹੈ। ਉਹ ਕਾਫੀ ਹੱਦ ਤੱਕ ਇੱਕ ਔਰਤ ਵਰਗੀ ਹੈ। ਉਹ ਨਾਲ ਇੱਕ ਬੱਚੇ ਵਾਂਗ ਵਿਹਾਰ ਕਰਦੀ ਹੈ। ਉਹਦੀ ਬਹੁਤ ਮਿਲਵਰਤਨ ਵਾਲੇ ਸੁਭਾਅ ਦੀ ਹੈ, ਮੈਂ ਉਹਨੂੰ ਪਸੰਦ ਵੀ ਕਰਦੀ ਹਾਂ। ZZ ਸਾਡੀ ਕਲਾਸ 'ਚ ਸਭ ਤੋਂ ਸੁੰਦਰ ਲੜਕੀ ਹੈ। ਉਹਦਾ ਚਿਹਰਾ ਬਹੁਤ ਸੁੰਦਰ ਹੈ, ਲੇਕਿਨ ਉਹ ਥੋੜ੍ਹੀ ਬੇਵਕੂਫ ਹੈ। ਮੈਨੂੰ ਲੱਗਦਾ ਹੈ ਉਹ ਉਹਦਾ 1 ਸਾਲ ਰੋਕਣ ਵਾਲੇ ਹਨ, ਲੇਕਿਨ ਯਕੀਨੀ ਤੌਰ 'ਤੇ ਮੈਂ ਉਹਨੂੰ ਨਹੀਂ ਦੱਸਿਆ। ਅਤੇ ZZ ਦੇ ਨਾਲ ਬੈਠੀ ਮੈਂ 12 ਲੜਕੀਆਂ 'ਚ ਅਖੀਰਲੀ ਹਾਂ। ਲੜਕਿਆਂ ਦੇ ਬਾਰੇ ਵਿੱਚ ਬਹੁਤ ਕਿਹਾ ਜਾ ਸਕਦਾ ਜਾਂ ਇੰਨਾ ਸਭ ਕੁਝ ਹੋਣ ਦੇ ਪਿੱਛੋਂ ਨਹੀਂ। ਮੌਰਿਸ ਕੋਸਟਰ ਮੇਰੇ ਕਈ ਪ੍ਰਸ਼ੰਸਕਾਂ ਵਿੱਚੋਂ ਇੱਕ ਹੈ, ਪਰ ਇੱਕ ਬਹੁਤ ਵੱਡਾ ਪਰਜੀਵੀ ਹੈ। ਸਰਲੀ ਸਪਰਿੰਗਰ ਦਾ ਮਨ ਗੰਦਾ ਹੈ।
ਉਹਦੇ ਸਾਰੇ ਕੰਮ ਅਫਵਾਹਾਂ ਨਾਲ ਚੱਲਦੇ ਆ, ਫਿਰ ਵੀ ਉਹ ਮੈਨੂੰ ਕਮਾਲ ਦਾ ਲੱਗਦਾ ਹੈ ਕਿਉਂਕਿ ਬਹੁਤ ਮਖੌਲੀ ਹੈ। ਏਮਿਲ ਬੋਨੋਵਿਟ ZZ ਦਾ ਪ੍ਰਸ਼ੰਸਕ ਹੈ, ਪਰ ਉਹ ਕੋਈ ਪਰਵਾਹ ਨਹੀਂ ਕਰਦੀ, ਉਹ ਬਹੁਤ ਅਕਾਊ ਹੈ। ਰਾਬ ਕੋਹੇਨ ਵੀ ਮੈਨੂੰ ਪਿਆਰ ਕਰਦਾ ਸੀ, ਪਰ ਮੈਂ ਹੁਣ ਉਹਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਇੱਕ ਕੋਝਾ ਲੜਕਾ ਹੈ, ਦੂਰੇ ਚਰਿੱਤਰ ਵਾਲਾ, ਝੂਠ ਬੋਲਣ ਵਾਲਾ, ਰੋਂਦੂ ਤੇ ਥੋੜ੍ਹਾ ਨਿੰਦਿਆ ਕਰਨ ਵਾਲਾ, ਜੋ ਭਿਆਨਕ ਰੂਪ 'ਚ ਆਪਣੀ ਰਾਏ ਨੂੰ ਸਭ ਤੋਂ ਉੱਪਰ ਰੱਖਦਾ ਹੈ। ਮੈਕਸ ਵੈਨ, ਡੇਵ ਵੇਲਡ, ਮੈਂਦੇ ਬਲਿਕ ਦਾ ਖੇਤੀ ਕਰਨ ਵਾਲਾ ਲੜਕਾ ਹੈ, ਲੇਕਿਨ ਜਿਵੇਂ ਮਾਰਗਰੇਟ ਕਹੇਗੀ, ਇੱਕ ਸੱਭਿਆ ਕਿਸਮ ਦਾ। ਹਰਮਨ ਕੋਪਮਨ ਵੀ ਇੱਕ ਗੰਦੀ ਮਾਨਸਿਕਤਾ ਵਾਲਾ ਹੈ, ਬਿਲਕੁਲ ਜੋਪੀਏ ਡੀ ਬੀਅਰ ਵਾਂਗ, ਜੋ ਇੱਕ ਭਿਆਨਕ ਇਸ਼ਕਬਾਜ਼ ਤੇ ਲੜਕੀਆਂ ਦਾ ਪਿੱਛਾ ਕਰਨ ਵਾਲਾ ਹੈ। ਲਿਓ ਬਲੋਮ ਜੋਪੀਏ ਡੀ ਬੀਅਰ ਦਾ ਸਭ ਤੋਂ ਚੰਗਾ ਦੋਸਤ ਹੈ, ਲੇਕਿਨ ਆਪਣੇ ਗੰਦੇ ਦਿਮਾਗ ਕਾਰਨ ਬਹੁਤ ਬੁਰਾ ਹੈ। ਅਲਬਰਟ ਡੇ ਮੈਸਕੁਏਟਾ ਮੌਂਟਸਰੀ ਸਕੂਲ ਤੋਂ ਆਇਆ ਤੇ 1 ਸਾਲ ਦੀ ਛਲਾਂਗ ਮਾਰ ਗਿਆ। ਉਹ ਅਸਲ 'ਚ ਹੁਸ਼ਿਆਰ ਹੈ। ਲਿਓ ਸਲੋਗਰ ਵੀ ਉਸੇ ਸਕੂਲ ਤੋਂ ਆਇਆ, ਲੇਕਿਨ ਓਨਾ ਹੁਸ਼ਿਆਰ ਨਹੀਂ ਹੈ। ਆਰਯੂ ਸਟੋਪੈਲਮੋ ਅਲਮੇਲੋ ਤੋਂ ਆਇਆ ਇੱਕ ਮਧਰਾ ਨਾ ਸਮਝ ਲੜਕਾ ਹੈ, ਜੋ ਸਾਲ ਦੇ ਮੱਧ 'ਚ ਇਸ ਸਕੂਲ 'ਚ ਬਦਲ ਕੇ ਆਇਆ। CN ਉਹ ਸਭ ਕੁਝ ਕਰਦਾ ਜਿਹਦੀ ਉਸ ਕੋਲ ਉਮੀਦ ਨਹੀਂ ਹੁੰਦੀ। ਜੈਕਸ ਕੋਸਨੂਟ ਸਾਡੇ ਪਿੱਛੇ ਸੀ ਜੀ ਤੇ ਮੇਰੇ ਨਾਲ ਬੈਠਾ ਹੈ, ਆਪਣੀਆਂ ਮੂਰਖਤਾਈਆਂ 'ਤੇ ਹੱਸਦਾ ਹੈ। ਹੈਰੀ ਸਟਾਪ ਸਾਡੀ ਕਲਾਸ 'ਚ ਸਭ ਤੋਂ ਸੱਭਿਆ ਲੜਕਾ ਹੈ, ਬਹੁਤ ਅੱਛਾ। ਵਰਨਰ ਯੋਸਫ ਵੀ ਬਹੁਤ ਅੱਛਾ ਹੈ, ਲੇਕਿਨ ਵਰਤਮਾਨ 'ਚ ਹੋ ਰਹੇ ਸਾਰੀਆਂ ਤਬਦੀਲੀਆਂ ਨੇ ਉਹਨੂੰ ਬਿਲਕੁਲ ਚੁੱਪ ਬਣਾ ਦਿੱਤਾ ਹੈ, ਇਸ ਲਈ ਉਹ ਅਕਾਊ ਲੱਗਦਾ ਹੈ। ਸੈਮ ਸਾਲੋਮਨ ਸ਼ਹਿਰ ਦੇ ਉੱਗ ਦੜੁੱਗੇ ਹਿੱਸਿਆਂ 'ਚੋਂ ਆਉਣ ਵਾਲੇ ਰੁੱਖੇ ਲੋਕਾਂ 'ਚੋਂ ਇੱਕ ਹੈ, ਇੱਕ ਅਸਲੀ ਛੋਕਰਾ। ਪ੍ਰਸ਼ੰਸਕ ਅੱਪੀ ਰਿਅਮ ਬਹੁਤ ਰੂੜੀਵਾਦੀ ਲੇਕਿਨ ਬਦਮਾਸ਼ ਵੀ ਹੈ। ਸ਼ਨੀਵਾਰ 20 ਜੂਨ 1942। ਡਾਇਰੀ 'ਚ ਲਿਖਣਾ ਮੇਰੇ ਵਰਗੇ ਕਿਸੇ ਲਈ ਵੀ ਇੱਕ ਬਹੁਤ ਹੀ ਅਜੀਬ ਅਨੁਭਵ ਹੈ। ਕੇਵਲ ਇਸ ਕਰਕੇ ਨਹੀਂ ਕਿ ਮੈਂ ਪਹਿਲਾਂ ਕੁਝ ਲਿਖਿਆ ਨਹੀਂ, ਬਲਕਿ ਇਸ ਲਈ ਕਿ ਮੈਨੂੰ ਲੱਗਦਾ ਹੈ ਬਾਅਦ ਵਿੱਚ ਨਾ ਤਾਂ ਮੈਨੂੰ ਤੇ ਨਾ ਹੀ ਕਿਸੇ ਹੋਰ ਨੂੰ ਇੱਕ 13 ਸਾਲਾ ਵਿਦਿਆਰਥਣ ਦੇ ਚਿੰਤਨ 'ਚ ਕੋਈ ਰੁਚੀ ਹੋਏਗੀ। ਉਹ ਚਲੋ ਕੋਈ ਗੱਲ ਨਹੀਂ। ਮੈਂ ਮਹਿਸੂਸ ਕਰਦੀ ਹਾਂ ਕਿ ਲਿਖਣਾ ਮੈਨੂੰ ਪਸੰਦ ਹੈ ਤੇ ਮੈਨੂੰ ਆਪਣੇ ਦਿਲ ਦੀਆਂ ਹਰ ਕਿਸਮ ਦੀਆਂ ਗੱਲਾਂ ਕਹਿਣ ਦੀ ਜ਼ਿਆਦਾ ਜ਼ਰੂਰਤ ਵੀ ਹੈ। ਲੋਕਾਂ ਦੀ ਤੁਲਨਾ 'ਚ ਕਾਗਜ਼ 'ਚ ਜ਼ਿਆਦਾ ਧੀਰਜ ਹੁੰਦਾ ਹੈ। ਮੈਂ ਉਹਨਾਂ ਦਿਨਾਂ 'ਚ ਇਸ ਕਹਾਵਤ ਦੇ ਬਾਰੇ 'ਚ ਸੋਚਿਆ ਸੀ ਜਦੋਂ ਮੈਂ ਥੋੜ੍ਹੀ ਉਦਾਸੀ ਮਹਿਸੂਸ ਕਰ ਰਹੀ ਸੀ, ਆਪਣੀ ਠੋਡੀ ਥੱਲੇ ਹਥੇਲੀਆਂ ਰੱਖ ਕੇ ਘਰ 'ਚ ਰਹਿਣ ਜਾਂ ਬਾਹਰ ਜਾਣ ਬਾਰੇ ਸੋਚਦੀ ਹੋਈ ਉਦਾਸ ਬੈਠੀ ਹੋਈ ਸੀ। ਅਖੀਰ 'ਚ ਉੱਥੇ ਰੁਕੀ ਰਹਿ ਗਈ ਜਿੱਥੇ ਮੈਂ ਸਾਂ। ਹਾਂ, ਕਾਗਜ਼ ਜ਼ਿਆਦਾ ਧੀਰਜ ਰੱਖਦਾ ਹੈ ਕਿਉਂਕਿ ਮੈਂ ਇਸ ਕਠੋਰ ਸਮਰਥਿਤ ਨੋਟਬੁੱਕ ਨੂੰ, ਜਿਹਨੂੰ ਬੜਾ ਨਿੱਠ ਕੇ ਡਾਇਰੀ ਕਿਹਾ ਜਾਂਦਾ, ਕਿਸੇ ਹੋਰ ਨੂੰ ਪੜ੍ਹਨ ਲਈ ਕਹਿਣ ਦੀ ਯੋਜਨਾ ਨਹੀਂ ਬਣਾ ਰਹੀ। ਜਦ ਤੱਕ ਮੈਂ ਇੱਕ ਦੋਸਤ ਨਾ ਲੱਭ ਲਵਾਂ, ਉਹ ਸ਼ਾਇਦ ਬਿਲਕੁਲ ਵੀ ਫਰਕ ਨਹੀਂ ਪਾਏਗਾ। ਹੁਣ ਮੈਂ ਮੁੜ ਕੇ ਉਸ ਮੁੱਦੇ 'ਤੇ ਵਾਪਸ ਆਉਂਦੀ ਹਾਂ ਜਿਹਨੇ ਮੈਨੂੰ ਇੱਕ ਡਾਇਰੀ ਨੂੰ ਪਹਿਲੇ ਸਥਾਨ 'ਤੇ ਰੱਖਣ ਲਈ ਪ੍ਰੇਰਿਤ ਕੀਤਾ ਹੈ। ਮੇਰਾ ਕੋਈ ਦੋਸਤ ਨਹੀਂ ਹੈ। ਮੈਨੂੰ ਇਹਨੂੰ ਹੋਰ ਸਪਸ਼ਟ ਰੂਪ 'ਚ ਕਹਿਣ ਦਿਓ, ਕਿਉਂਕਿ ਕੋਈ ਵੀ ਇਹ ਵਿਸ਼ਵਾਸ ਨਹੀਂ ਕਰੇਗਾ ਕਿ ਇੱਕ 13 ਸਾਲਾ ਲੜਕੀ ਦੁਨੀਆ 'ਚ ਪੂਰੀ ਤਰ੍ਹਾਂ ਨਾਲ ਇਕੱਲੀ ਤੇ ਮੈਂ ਨਹੀਂ ਹਾਂ। ਮੇਰੇ ਪਿਆਰੇ ਮਾਤਾ ਪਿਤਾ ਤੇ ਇੱਕ 16 ਸਾਲ ਭੈਣ ਹੈ ਤੇ ਲਗਭਗ 30 ਲੋਕੀ ਅਜਿਹੇ ਹਨ ਜਿਨ੍ਹਾਂ ਨੂੰ ਮੈਂ ਦੋਸਤ ਕਹਿ ਸਕਦੀ ਹਾਂ। ਮੇਰੇ ਪ੍ਰਸ਼ੰਸਕਾਂ ਦੀ ਇੱਕ ਭੀੜ ਹੈ ਜੋ ਆਪਣੀ ਪਿਆਰ ਭਰੀਆਂ ਅੱਖਾਂ ਮੇਰੇ ਵੱਲੋਂ ਬੰਦ ਨਹੀਂ ਰੱਖ ਸਕਦੇ ਤੇ ਜੋ ਕਦੇ-ਕਦੇ ਇੱਕ ਟੁੱਟੇ ਹੋਏ ਜੇਬੀ ਸ਼ੀਸ਼ੇ ਦਾ ਇਸਤੇਮਾਲ ਕਰਨ ਦੇ ਸਹਾਰੇ ਨਾਲ ਕਲਾਸ 'ਚ ਮੇਰੀ ਝਲਕ ਪਾਉਣ ਦੀ ਕੋਸ਼ਿਸ਼ ਕਰਦੇ ਹੈ। ਮੇਰਾ ਇੱਕ ਪਰਿਵਾਰ ਹੈ, ਪਿਆਰੀ ਚਾਚੀ, ਇੱਕ ਅੱਛਾ ਘਰ। ਨਹੀਂ, ਮੇਰੇ ਇੱਕ ਸੱਚੇ ਦੋਸਤ ਨੂੰ ਛੱਡ ਕੇ ਸਤ੍ਹਾ ਉੱਤੇ ਸਭ ਕੁਝ ਮੌਜੂਦ ਲੱਗਦਾ ਹੈ। ਮੈਂ ਜਿਨ੍ਹਾਂ ਸਭ ਚੀਜ਼ਾਂ ਦੇ ਬਾਰੇ 'ਚ ਸੋਚਦੀ ਹਾਂ, ਮੈਂ ਜਦੋਂ ਦੋਸਤਾਂ ਦੇ ਨਾਲ ਹੁੰਦੀ ਹਾਂ ਤਾਂ ਉਹਨਾਂ ਦਾ ਇੱਕ ਚੰਗਾ ਸਮਾਂ ਚੱਲ ਰਿਹਾ ਹੁੰਦਾ ਹੈ। ਮੈਂ ਆਪਣੇ ਆਪ ਨੂੰ ਰੋਜ਼ਮर्रा ਦੀਆਂ ਲੇਕਿਨ ਸਧਾਰਨ ਚੀਜ਼ਾਂ ਦੇ ਇਲਾਵਾ ਹੋਰ ਕਿਸੇ ਚੀਜ਼ ਦੇ ਬਾਰੇ 'ਚ ਗੱਲ ਕਰਨ ਲਈ ਤਿਆਰ ਨਹੀਂ ਕਰ ਪਾਉਂਦੀ। ਅਸੀਂ ਜ਼ਿਆਦਾ ਕਰੀਬ ਹੋ ਸਕਣ 'ਚ ਸਮਰੱਥ ਨਹੀਂ ਲੱਗਦੇ। ਇਹੋ ਸਮੱਸਿਆ ਹੈ। ਸ਼ਾਇਦ ਇਹ ਮੇਰੀ ਗਲਤੀ ਹੈ ਕਿ ਅਸੀਂ ਇੱਕ ਦੂਜੇ 'ਤੇ ਭਰੋਸਾ ਨਹੀਂ ਕਰਦੇ। ਕਿਸੇ ਵੀ ਸਥਿਤੀ 'ਚ ਕਿਸੇ ਵੀ ਤਰ੍ਹਾਂ ਇਹ ਬਸ ਚੀਜ਼ਾਂ ਹਨ ਤੇ ਬਦਕਿਸਮਤੀ ਨਾਲ ਉਹ ਬਦਲਾਅ ਪ੍ਰਤੀ ਜਵਾਬਦੇਹ ਨਹੀਂ ਹਨ। ਇਸੇ ਕਾਰਨ ਮੈਂ ਡਾਇਰੀ ਸ਼ੁਰੂ ਕਰਤੀ। ਮੇਰੀ ਕਲਪਨਾ 'ਚ ਇਸ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਦੋਸਤ ਦਾ ਅਕਸ ਸੁਧਾਰਨ ਲਈ ਜ਼ਿਆਦਾਤਰ ਲੋਕ ਇਸ ਤਰ੍ਹਾਂ ਕਰਦੇ ਹਨ। ਮੈਂ ਇਸ ਡਾਇਰੀ 'ਚ ਤੱਥਾਂ ਨੂੰ ਸੰਖੇਪ 'ਚ ਨਹੀਂ ਲਿਖਣਾ ਚਾਹੁੰਦੀ, ਬਲਕਿ ਡਾਇਰੀ ਨੂੰ ਮੈਂ ਆਪਣਾ ਦੋਸਤ ਬਣਾਉਣਾ ਚਾਹੁੰਦੀ ਹਾਂ। ਮੈਂ ਇਸ ਦੋਸਤ ਨੂੰ ਕਿੱਟੀ ਦੇ ਨਾਂ ਨਾਲ ਬੁਲਾਉਣ ਲੱਗੀ ਹਾਂ। ਜੇਕਰ ਮੈਂ ਕਿੱਟੀ ਨੂੰ ਲਿਖੀਆਂ ਆਪਣੀਆਂ ਕਹਾਣੀਆਂ 'ਚ ਪੂਰੀ ਡੁਬਕੀ ਲਾਵਾਂ, ਮੈਂ ਆਪਣੇ ਜੀਵਨ ਦਾ ਇੱਕ ਸੰਖੇਪ ਬਿਹਤਰ ਰੂਪ ਰੇਖਾ ਪ੍ਰਦਾਨ ਕਰਾਂ, ਕਿਉਂਕਿ ਕੋਈ ਇਹਦਾ ਇੱਕ ਸ਼ਬਦ ਵੀ ਨਹੀਂ ਸਮਝੇਗਾ ਜਿਹਨੂੰ ਕਰਨ ਤੋਂ ਮੈਂ ਬਹੁਤ ਨਫ਼ਰਤ ਕਰਾਂਗੀ। ਮੇਰੇ ਪਿਤਾ, ਜਿਨ੍ਹਾਂ ਨੂੰ ਮੈਂ ਕਦੇ ਦੇਖਿਆ, ਉਹਨਾਂ ਵਿੱਚ ਸਭ ਤੋਂ ਪਿਆਰੇ ਪਿਤਾ ਹਨ। ਉਹਨਾਂ ਨੇ ਜਦੋਂ ਮੇਰੀ ਮਾਂ ਨਾਲ ਸ਼ਾਦੀ ਕੀਤੀ ਉਦੋਂ 36 ਵਰ੍ਹਿਆਂ ਦੇ ਸੀ ਤੇ ਮੇਰੀ ਮਾਂ 25 ਸਾਲ ਦੀ। ਮੇਰੀ ਭੈਣ ਮਾਰਗਰੇਟ ਮੁੱਖ ਜਰਮਨੀ 'ਚ
ਫਰੈਂਕਫਰਟ ਵਿੱਚ 1926 'ਚ ਜਨਮੀ ਸੀ। ਮੈਂ 12 ਜੂਨ 1929 ਨੂੰ ਪੈਦਾ ਹੋਈ ਸੀ। 4 ਸਾਲ ਦੀ ਉਮਰ ਤੱਕ ਮੈਂ ਫਰੈਂਕਫਰਟ 'ਚ ਰਹਿੰਦੀ ਸੀ ਕਿਉਂਕਿ ਅਸੀਂ ਯਹੂਦੀ ਹਾਂ। ਇਸ ਲਈ ਮੇਰੇ ਪਿਤਾ 1933 'ਚ ਜਦੋਂ ਡੱਚ ਓਪੇਕਟਾ ਕੰਪਨੀ ਜੋ ਜੈਮ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਉਤਪਾਦਾਂ ਦਾ ਨਿਰਮਾਣ ਕਰਦੀ ਹੈ ਦੇ ਪ੍ਰਬੰਧ ਨਿਰਦੇਸ਼ਕ ਬਣ ਗਏ। ਹਾਲੈਂਡ 'ਚ ਆ ਕੇ ਵਸ ਗਏ। ਮੇਰੀ ਮਾਂ ਐਡਿਥ ਹੋਲਾਂਦਰ ਫਰੈਂਕ ਸਤੰਬਰ ਵਿੱਚ ਉਹਦੇ ਨਾਲ ਹਾਲੈਂਡ ਚਲੀ ਗਈ, ਜਦੋਂ ਕਿ ਮਾਰਗਰੇਟ ਅਤੇ ਮੈਨੂੰ ਮੇਰੀ ਦਾਦੀ ਕੋਲ ਰਹਿਣ ਲਈ ਆਕਿਨ ਭੇਜ ਦਿੱਤਾ ਗਿਆ। ਦਸੰਬਰ 'ਚ ਮਾਰਗਰੇਟ ਹਾਲੈਂਡ ਚਲੀ ਗਈ ਅਤੇ ਫਰਵਰੀ 'ਚ ਮੈਂ ਵੀ, ਜਦੋਂ ਮਾਰਗਰੇਟ ਦੇ ਜਨਮ ਦਿਨ ਦੇ ਤੋਹਫੇ ਦੇ ਰੂਪ 'ਚ ਮੇਜ਼ 'ਤੇ ਪਟਕ ਦਿੱਤੀ ਗਈ ਸੀ। ਮੈਂ ਉਸ ਵੇਲੇ ਮੌਂਟੇਸਰੀ ਨਰਸਰੀ ਸਕੂਲ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ। ਮੈਂ 6 ਸਾਲ ਦੀ ਹੋਣ ਤੱਕ ਉੱਥੇ ਰਹੀ। ਜਦੋਂ ਮੈਂ ਪਹਿਲੀ ਜਮਾਤ 'ਚ ਜਾਣਾ ਸ਼ੁਰੂ ਕੀਤਾ, 6ਵੀਂ ਜਮਾਤ 'ਚ ਮੇਰੀ ਅਧਿਆਪਕਾ, ਸਕੂਲ ਦੀ ਸੰਚਾਲਿਕਾ ਸ਼੍ਰੀਮਤੀ ਕੁਪੈਰੂਸੀ ਸਾਲ ਦੇ ਅੰਤ 'ਤੇ ਸਾਨੂੰ ਇੱਕ ਸ਼ੋਕਮਈ ਵਿਦਾਈ ਕਹਿਣ ਲਈ ਸਾਡੀਆਂ ਦੋਵਾਂ ਦੀਆਂ ਅੱਖਾਂ 'ਚ ਹੰਝੂ ਸੀ, ਕਿਉਂਕਿ ਮੈਨੂੰ ਯਹੂਦੀ ਲਿਸੇਯੂਸ 'ਚ ਸਵੀਕਾਰ ਕਰ ਲਿਆ ਗਿਆ ਸੀ, ਜਿੱਥੇ ਮਾਰਗਰੇਟ ਵੀ ਸਕੂਲ ਜਾਂਦੀ ਸੀ। ਸਾਡਾ ਜੀਵਨ ਚਿੰਤਾ ਮੁਕਤ ਨਹੀਂ ਸੀ, ਕਿਉਂਕਿ ਜਰਮਨੀ 'ਚ ਸਾਡੇ ਰਿਸ਼ਤੇਦਾਰ ਹਿਟਲਰ ਦੇ ਯਹੂਦੀ ਵਿਰੋਧੀ ਕਾਨੂੰਨਾਂ ਦੇ ਤਹਿਤ ਪੀੜਤ ਸਨ। 1938 'ਚ ਹੋਏ ਨਰਸੰਹਾਰ ਦੇ ਬਾਅਦ ਮੇਰੇ 2 ਮਾਮੇ ਜਰਮਨੀ ਤੋਂ ਉੱਤਰੀ ਅਮਰੀਕਾ 'ਚ ਸੁਰੱਖਿਆ ਸ਼ਰਨ ਪ੍ਰਾਪਤ ਕਰਨ ਲਈ ਭੱਜ ਗਏ। ਮੇਰੀ ਬਜ਼ੁਰਗ ਨਾਨੀ ਸਾਡੇ ਨਾਲ ਰਹਿਣ ਲਈ ਆ ਗਈ। ਉਸ ਸਮੇਂ ਉਹ 73 ਸਾਲ ਦੀ ਸੀ। ਮਈ 1940 ਪਿੱਛੋਂ ਅੱਛੇ ਸਮੇਂ ਬਹੁਤ ਘੱਟ ਅਤੇ ਕਾਫੀ ਵਕਫੇ ਨਾਲ ਸਨ। ਪਹਿਲਾ ਯੁੱਧ ਸੀ, ਫਿਰ ਸਮਰਪਣ ਅਤੇ ਫਿਰ ਜਰਮਨਾਂ ਦਾ ਆਗਮਨ, ਜਦੋਂ ਯਹੂਦੀਆਂ ਲਈ ਮੁਸੀਬਤ ਸ਼ੁਰੂ ਹੋ ਗਈ ਸੀ। ਯਹੂਦੀ ਵਿਰੋਧੀ ਫਰਮਾਨਾਂ ਦੀ ਲੜੀ 'ਚ ਸਾਡੀ ਸੁਤੰਤਰਤਾ ਉੱਤੇ ਗੰਭੀਰ ਪ੍ਰਤੀਬੰਧ ਲਗਾਏ ਗਏ। ਯਹੂਦੀਆਂ ਲਈ ਇੱਕ ਪੀਲਾ ਸਿਤਾਰਾ ਪਹਿਨਣਾ ਲਾਜ਼ਮੀ ਸੀ। ਯਹੂਦੀਆਂ ਲਈ ਆਪਣੇ ਸਾਈਕਲ ਉੱਤੇ ਲਿਖਣਾ ਲਾਜ਼ਮੀ ਸੀ। ਯਹੂਦੀਆਂ ਲਈ ਟ੍ਰਾਮ ਦਾ ਉਪਯੋਗ ਕਰਨ ਦੀ ਮਨਾਹੀ ਕੀਤੀ ਗਈ, ਇੱਥੋਂ ਤੱਕ ਕਿ ਯਹੂਦੀਆਂ ਲਈ ਨਿੱਜੀ ਕਾਰਾਂ ਦੀ ਸਵਾਰੀ ਕਰਨੀ ਮਨ੍ਹਾ ਸੀ। ਯਹੂਦੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੀ ਖਰੀਦਦਾਰੀ 3 ਤੇ 5 ਵਜੇ ਦੇ ਦਰਮਿਆਨ ਕਰਨ। ਯਹੂਦੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਨਾਈ ਦੀ ਉਹਨਾਂ ਦੁਕਾਨਾਂ ਜਾਂ ਸੈਲੂਨਾਂ 'ਤੇ ਜਾਣ ਜਿਨ੍ਹਾਂ ਦੇ ਮਾਲਕ ਯਹੂਦੀ ਹੋਣ। ਯਹੂਦੀਆਂ ਲਈ 8 ਵਜੇ ਸ਼ਾਮ ਤੋਂ 6 ਵਜੇ ਸਵੇਰ ਤੱਕ ਸੜਕਾਂ 'ਤੇ ਨਿਕਲਣ ਦੀ ਮਨਾਹੀ ਕੀਤੀ ਗਈ। ਯਹੂਦੀਆਂ ਨੂੰ ਥੀਏਟਰ, ਸਿਨੇਮਾ ਜਾਂ ਮਨੋਰੰਜਨ ਦੇ ਹੋਰ ਕਿਸੇ ਸਾਧਨਾਂ 'ਚ ਜਾਣ ਤੋਂ ਮਨ੍ਹਾ ਕੀਤਾ ਗਿਆ। ਯਹੂਦੀਆਂ ਨੂੰ ਸਵਿਮਿੰਗ ਪੂਲ, ਟੈਨਿਸ ਕੋਰਟ, ਹਾਕੀ ਦੇ ਮੈਦਾਨ ਜਾਂ ਹੋਰ ਕਿਸੇ ਖੇਡ ਮੈਦਾਨ ਦਾ ਇਸਤੇਮਾਲ ਕਰਨ ਤੋਂ ਮਨ੍ਹਾ ਕੀਤਾ ਗਿਆ। ਯਹੂਦੀਆਂ ਨੂੰ ਕਿਸ਼ਤੀ ਵਿਹਾਰ ਲਈ ਜਾਣ ਤੋਂ ਮਨ੍ਹਾ ਕੀਤਾ ਗਿਆ। ਯਹੂਦੀਆਂ ਨੂੰ ਸਾਰਵਜਨਿਕ ਤੌਰ 'ਤੇ ਕਿਸੇ ਵੀ ਖੇਡ 'ਚ ਭਾਗ ਲੈਣ ਤੋਂ ਮਨ੍ਹਾ ਕੀਤਾ ਗਿਆ। ਯਹੂਦੀਆਂ ਲਈ 8 ਵਜੇ ਤੋਂ ਬਾਅਦ ਆਪਣੇ ਜਾਂ ਆਪਣੇ ਦੋਸਤਾਂ ਦੇ ਅਹਾਤਿਆਂ 'ਚ ਬੈਠਣ ਦੀ ਮਨਾਹੀ ਸੀ। ਯਹੂਦੀਆਂ ਨੂੰ ਆਪਣੇ ਘਰਾਂ 'ਚ ਈਸਾਈਆਂ ਨੂੰ ਸੱਦਣ ਤੋਂ ਮਨ੍ਹਾ ਕੀਤਾ ਗਿਆ। ਯਹੂਦੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਯਹੂਦੀ ਸਕੂਲਾਂ ਆਦਿ ਵਿੱਚ ਭਾਗ ਲੈਣ। ਤੁਸੀਂ ਇਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ, ਲੇਕਿਨ ਜੀਵਨ ਚੱਲ ਰਿਹਾ ਸੀ। ਜੈਕਸ ਹਮੇਸ਼ਾ ਮੈਨੂੰ ਕਿਹਾ ਕਰਦਾ ਸੀ, ਮੇਰੇ 'ਚ ਹੁਣ ਹੋਰ ਕੁਝ ਕਰਨ ਦੀ ਹਿੰਮਤ ਨਹੀਂ ਹੈ, ਕਿਉਂਕਿ ਮੈਨੂੰ ਡਰ ਲੱਗਦਾ ਹੈ ਕਿ ਮੈਨੂੰ ਇਹ ਕਰਨ ਦੀ ਆਗਿਆ ਨਹੀਂ ਹੈ। 1942 'ਚ ਗਰਮੀਆਂ 'ਚ ਦਾਦੀ ਬਿਮਾਰ ਹੋ ਗਈ। ਉਹਨਾਂ ਦਾ ਇੱਕ ਆਪਰੇਸ਼ਨ ਹੋਣਾ ਸੀ, ਇਸ ਲਈ ਮੇਰਾ ਜਨਮ ਦਿਨ ਬਹੁਤ ਥੋੜ੍ਹੇ ਜਿਹੇ ਜਸ਼ਨ ਨਾਲ ਲੰਘ ਗਿਆ। 1940 ਦੀਆਂ ਗਰਮੀਆਂ 'ਚ ਵੀ ਅਸੀਂ ਆਪਣੇ ਜਨਮ ਦਿਨ ਉੱਤੇ ਬਹੁਤ ਕੁਝ ਨਹੀਂ ਸੀ ਕਰ ਸਕੇ, ਕਿਉਂਕਿ ਹਾਲੈਂਡ 'ਚ ਲੜਾਈ ਹੁਣੇ ਖਤਮ ਹੋਈ ਸੀ। ਜਨਵਰੀ 1942 'ਚ ਦਾਦੀ ਸੁਰਗਵਾਸ ਹੋ ਗਈ। ਕੋਈ ਨਹੀਂ ਜਾਣਦਾ ਕਿ ਮੈਂ ਉਹਨਾਂ ਦੇ ਬਾਰੇ 'ਚ ਕਿੰਨੀ ਵਾਰ ਸੋਚਦੀ ਸੀ ਅਤੇ ਹੁਣ ਵੀ ਉਹਨਾਂ ਨੂੰ ਯਾਦ ਕਰਦੀ ਹਾਂ। 1942 'ਚ ਇਸ ਜਨਮ ਦਿਨ ਨੂੰ ਦੂਜਿਆਂ ਲਈ ਬਣਾਉਣ ਦਾ ਇਰਾਦਾ ਸੀ। ਬਾਕੀ ਦੇ ਨਾਲ ਦਾਦੀ ਦੀ ਮੋਮਬੱਤੀ ਵੀ ਜਲਾਈ ਗਈ ਸੀ। ਸਾਡੇ ਵਿੱਚੋਂ 4 ਅਜੇ ਵੀ ਅੱਛਾ ਕਰ ਰਹੇ ਸਨ ਅਤੇ ਮੈਨੂੰ ਵਰਤਮਾਨ ਮਿਤੀ 20 ਜੂਨ 1942 ਤੇ ਆਪਣੀ ਡਾਇਰੀ ਦੇ ਪਵਿੱਤਰ ਸਮਰਪਣ 'ਤੇ ਲਿਆਉਂਦਾ ਹੈ। ਧੰਨਵਾਦ। ਚੱਲਦਾ।